Hello student, I am Amandeep Yadka, your math teacher. Today we will discuss our next chapter, 5th data handling. In this chapter we will discuss about data and how we will represent the data in different forms. Firstly, the definition of data. The information collected in the cases is called data. ਜਦੋਂ ਆਪਾਂ ਅਲੱਗ-ਅਲੱਗ ਕੇਸਿਸ ਦੀਆਂ ਇਨਫੋਰਮੇਸ਼ਨ ਇਕੱਠੀਆਂ ਕਰਦੇ ਹਾਂ ਤਾਂ ਉਹਨੂੰ ਆਪਾਂ ਡਾਟਾ ਕਹਿੰਦੇ ਆ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਿਦਾ ਕਿ ਤੁਹਾਡੀ ਕਲਾਸ ਦੇ ਵਿੱਚ ਕਿੰਨੇ ਬੱਚੇ ਹੈ ਜਿਨ੍ਹਾਂ ਦੇ 40 ਦੇ ਵਿੱਚੋਂ 30 ਮਾਰਕਸ ਆਏ ਹੈ, ਠੀਕ ਹੈ। ਆਊਟ ਆਫ 40 20 ਮਾਰਕਸ ਆਏ ਆ ਤਾਂ ਤੁਸੀਂ ਅਲੱਗ-ਅਲੱਗ ਬਣਾਓਗੇ ਕਿ ਜੀ ਫਸਟ ਬੱਚੇ ਦੇ ਇੰਨੇ ਆਏ ਆ, ਸੈਕਿੰਡ ਦੇ ਇੰਨੇ ਆਏ। ਤਾਂ ਜਿਹੜੇ ਆਪਾਂ ਇਕੱਠਾ ਕਰਦੇ ਆ ਇਨਫੋਰਮੇਸ਼ਨ, ਇਹ ਕੀ ਹੁੰਦੀ ਆ? ਡਾਟਾ ਹੁੰਦੀ ਹੈ। ਇਹਨੂੰ ਰਾ ਡਾਟਾ ਵੀ ਕਹਿ ਦਿੰਦੇ ਆ, ਠੀਕ ਹੈ। ਤਾਂ ਉਸ ਤੋਂ ਬਾਅਦ ਇਸ ਡਾਟਾ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਡਿਫਰੈਂਟ ਫਾਰਮ ਦੇ ਵਿੱਚ, ਗ੍ਰਾਫਿਕਲੀ ਰਿਪਰੈਜ਼ੈਂਟ ਕਰਦੇ। ਉਹਦੇ ਕਿਹੜੀਆਂ ਫਾਰਮਸ ਹੁੰਦੀਆਂ? ਫਸਟ ਇਜ਼ ਅ ਪਿਕਟੋਗ੍ਰਾਫ, ठीक है। इन पिक्टोग्राफ वी रिप्रजेंट द डाटा विद द हेल्प ऑफ पिक्स, ठीक है। मैं तुहानू कहदा कि कोई तो डाटा गिवन है, मीनस कि जिमें तुसी कहता कि 30 मार्क्स किन्ने बच्चों दे आए है, ठीक है। तुसी कहता कि 10 बच्चों दे आए है, ठीक है। 40 मार्क्स किन्ने बच्चों दे आए है? आपां कहता 20 बच्चों दे आए है, ठीक है। ਤਾਂ ਹੁਣ ਜਿਹੜਾ 10 ਔਰ 20 ਹੈ ਇਹਨੂੰ ਜੇ ਮੈਂ ਕਿਸੇ ਪਿਕ ਨਾਲ ਡਿਫਾਈਨ ਕਰਾਂ, ਪਿਕ ਨਾਲ ਰਿਪਰੈਜ਼ੈਂਟ ਕਰਾਂ ਤਾਂ ਉਹ ਮੇਰਾ ਪਿਕਟੋਗ੍ਰਾਫ ਹੋ ਜਾਏਗਾ। ਜਿਵੇਂ 10 ਨੂੰ ਮੈਂ ਰਿਪਰੈਜ਼ੈਂਟ ਕਰਦੀ ਹਾਂ ਫੋਰ ਐਗਜ਼ਾਮਪਲ ਇੱਕ ਸਕੁਏਅਰ ਨਾਲ ਕਰਦੀ ਹਾਂ, ਮੀਨਸ ਕਿ ਇੱਕ ਸਕੁਏਅਰ ਕਿੰਨੇ ਬੱਚਿਆਂ ਨੂੰ ਰਿਪਰੈਜ਼ੈਂਟ ਕਰ ਰਿਹਾ? 10 ਨੂੰ। ਅਗਰ 20 ਸਟੂਡੈਂਟਸ ਆ ਤਾਂ ਮੈਂ 2 ਸਕੁਏਅਰ ਲਊਂਗੀ, ਠੀਕ ਹੈ। 10 + 10 20। ਸਿਮਿਲਰਲੀ ਅਗਰ 30 ਹੈ ਤਾਂ ਮੈਂ 10 + 10 + 10 3 ਸਕੁਏਅਰ ਲਊਂਗੀ। ਤਾਂ ਇਸ ਤਰ੍ਹਾਂ ਜਦੋਂ ਆਪਾਂ ਕਿਸੇ ਵੀ ਡਾਟਾ ਨੂੰ ਰਿਪਰੈਜ਼ੈਂਟ ਕਰਦੇ ਹਾਂ ਤਾਂ ਉਹ ਕੀ ਹੁੰਦਾ? ਪਿਕਟੋਗ੍ਰਾਫ ਹੁੰਦਾ। ਕਲੀਅਰ ਟੂ ਆਲ। ਨੈਕਸਟ ਇਜ਼ ਬਾਰ ਗ੍ਰਾਫ। ਬਾਰ ਗ੍ਰਾਫ ਕੀ ਹੁੰਦਾ? ਬਾਰ ਗ੍ਰਾਫ ਦੇ ਵਿੱਚ ਆਪਾਂ ਕੋਈ ਵੀ ਆਪਣੇ ਕੋਲ ਡਾਟਾ ਗਿਵਨ ਹੈ, ਠੀਕ ਹੈ, ਉਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਇੱਕ ਬਾਰ ਦੇ ਵਿੱਚ, ਠੀਕ ਹੈ। ਤਾਂ ਬਾਰਸ ਹੁੰਦੀਆਂ ਜਿਵੇਂ ਮੰਨ ਲਓ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ, ਜਿਵੇਂ ਇਹਦੇ ਵਿੱਚ ਦਿੱਤਾ ਕਿ 2003 ਔਰ 4 ਦੇ ਵਿੱਚ ਅਕੈਡਮਿਕ ਈਅਰ ਦੇ ਵਿੱਚ ਨੰਬਰ ਆਫ ਸਟੂਡੈਂਟਸ ਆ ਕਲਾਸ 8th ਦੇ ਵਿੱਚ ਕਿ 2003 ਔਰ 4 ਦੇ ਵਿੱਚ ਕਿੰਨੇ ਬੱਚੇ ਸੀ ਸਕੂਲ ਦੇ ਵਿੱਚ 8th ਕਲਾਸ ਦੇ ਵਿੱਚ, ਤਾਂ ਉਹ ਆਪਾਂ ਨੂੰ ਦੇ ਰੱਖਿਆ 100, ਠੀਕ ਹੈ। 2004 ਔਰ 5 ਦੇ ਵਿੱਚ ਕਿੰਨੇ ਸੀ? 200 ਸੀ। 5 ਔਰ 6 ਦੇ ਵਿੱਚ ਕਿੰਨੇ ਸੀ? 250 ਸੀ, ਠੀਕ ਹੈ। ਤਾਂ ਆਪਾਂ ਨੂੰ ਇਧਰ ਦਾ ਦਿੱਤਾ ਹੋਏਗਾ ਈਅਰਸ, ਠੀਕ ਹੈ, ਔਰ ਦੂਸਰੀ ਸਾਈਡ ਤੇ ਆਪਾਂ ਨੂੰ ਫ੍ਰੀਕੁਐਂਸੀ ਮੀਨਸ ਕਿ ਨੰਬਰ ਆਫ ਦੀ ਸਟੂਡੈਂਟਸ, ਠੀਕ ਹੈ, ਇਹ ਦਿੱਤਾ ਹੋਇਆ। ਤਾਂ ਇਹਨਾਂ ਨੂੰ ਜਦੋਂ ਆਪਾਂ ਗ੍ਰਾਫ ਦੇ ਵਿੱਚ ਇਸ ਤਰ੍ਹਾਂ ਬਾਰ ਮੀਨਸ ਕਿ ਓਨੀ ਹਾਈਟ ਹੋਏਗੀ ਬਾਰ ਦੀ ਜਿੰਨੀ ਆਪਾਂ ਨੂੰ ਦੇ ਰੱਖਿਆ ਕਿ 2003-4 ਦੇ ਵਿੱਚ ਕਿੰਨਾ ਸੀ? 100 ਸਟੂਡੈਂਟ ਸੀਗੇ, ਠੀਕ ਹੈ। ਤਾਂ ਇਹ ਆਪਣਾ ਵਾਰ ਗ੍ਰਾਫ ਹੁੰਦਾ, ਠੀਕ ਹੈ। ਜਿਵੇਂ ਹੁਣ ਦੇਖੋ ਇਹਨੂੰ ਰਿਪਰੈਜ਼ੈਂਟ ਕਿਵੇਂ ਕਰੀਦਾ? ਐਕਸ ਐਕਸਿਸ ਲੈ ਲਓ, ਵਾਈ ਐਕਸਿਸ ਲੈ ਲਓ, ਠੀਕ ਹੈ। ਤਾਂ ਦੇਖੋ ਹੁਣ ਆਪਾਂ ਨੂੰ ਐਕਸ ਐਕਸਿਸ ਲੈ ਲਈ, ਵਾਈ ਐਕਸਿਸ ਲੈ ਲਈ, ਉਹਦੇ ਵਿੱਚ 1 ਦਾ ਡਿਫਰੈਂਸ ਲੈ ਕੇ ਤੁਸੀਂ 1 ਦਾ ਡਿਫਰੈਂਸ ਲੈ ਕੇ ਰਿਪਰੈਜ਼ੈਂਟ ਕਰ ਦਿਓ ਕਿ 2003-4 ਹੈ, ਠੀਕ ਹੈ। ਜਾਂ ਕੁਛ ਵੀ ਆਪਾਂ ਲੈ ਸਕਦੇ ਹਾਂ, ਠੀਕ ਹੈ। ਮੰਨ ਲਓ ਆਪਾਂ ਇੱਕ ਸਿੰਪਲ ਜਿਹਾ ਐਗਜ਼ਾਮਪਲ ਲੈਂਦੇ ਹਾਂ ਕਿ ਕੋਈ ਸ਼ੌਪਕੀਪਰ ਨੇ ਆਪਣੀ ਦੁਕਾਨ ਦੇ ਵਿੱਚ ਜਿਹੜੀਆਂ ਸਮਾਨ ਹੈ ਉਹ ਸੈਲ ਕੀਤਾ ਹੈ, ਮੀਨਸ ਕਿ ਮੰਡੇ ਨੂੰ ਮੰਨ ਲਓ ਉਹਨੇ 30 ਥਿੰਗਸ, ਟਿਊਜ਼ਡੇ ਨੂੰ ਮੰਨ ਲਓ 20 ਥਿੰਗਸ ਸੇਲ ਕੀਤੀਆਂ, ਵੈਡਨਸਡੇ ਨੂੰ ਮੰਨ ਲਓ 40, ਠੀਕ ਹੈ। ਤਾਂ ਇਹਨੂੰ ਮੈਂ ਰਿਪਰੈਜ਼ੈਂਟ ਕਰੂੰਗੀ, ਦੇਖੋ ਇਸ ਤਰ੍ਹਾਂ 1 ਦਾ ਡਿਫਰੈਂਸ ਲੈ ਲੂੰਗੀ, ਠੀਕ ਹੈ। ਇੱਧਰ ਮੈਂ ਕੀ ਕਰੂੰਗੀ? 10 ਦਾ ਡਿਫਰੈਂਸ ਲੈ ਲੂੰਗੀ, ਸੇਮ ਮੀਨਸ ਕਿ 1 ਜਿਹੜਾ ਸੈਂਟੀਮੀਟਰ ਉਹ ਰਿਪਰੈਜ਼ੈਂਟ ਕਰਦਾ 10 ਨੂੰ, 20 30। ਤਾਂ ਮੰਡੇ ਨੂੰ ਕਿੰਨੀ ਉਹਨੇ ਸੇਲਿੰਗ ਕੀਤੀ ਹੈ? 30 ਥਿੰਗਸ ਦੀ, ਔਰ ਟਿਊਜ਼ਡੇ ਨੂੰ ਕਿੰਨੀ ਕੀਤੀ ਹੈ? 20 ਦੀ। ਤਾਂ ਜਿਹੜਾ ਬਾਰ ਗ੍ਰਾਫ ਹੁੰਦਾ ਉਹਦੇ ਵਿੱਚ ਹਮੇਸ਼ਾ ਗੈਪ ਹੁੰਦਾ, ਔਰ ਜੋ ਹਿਸਟੋਗ੍ਰਾਫ ਹੁੰਦਾ ਉਹਦੇ ਵਿੱਚ ਇਹ ਜੋ ਹੁੰਦੇ ਆ ਕਲਾਸ ਇੰਟਰਵਲ ਵਗੈਰਾ ਦਿੱਤੇ ਹੁੰਦੇ ਔਰ ਨਾਲ ਅਟੈਚ ਹੁੰਦੇ ਆ, ਕਲੀਅਰ। ਔਰ ਵੈਡਨਸਡੇ ਨੂੰ 40 ਤਾਂ ਮੈਂ 40 ਤੱਕ ਚਲੀ ਜਾਊਂਗੀ ਇੱਥੇ 40 ਲੈ ਕੇ, ਠੀਕ ਹੈ। ਤਾਂ ਇਹ ਮੰਡੇ ਨੂੰ ਰਿਪਰੈਜ਼ੈਂਟ ਕਰੇਗਾ, ਟਿਊਜ਼ਡੇ ਨੂੰ, ਵੈਡਨਸਡੇ ਨੂੰ। ਇਹ ਕੀ ਹੋ ਗਿਆ? ਆਪਣਾ ਬਾਰ ਗ੍ਰਾਫ, ਠੀਕ ਹੈ। ਅਗਰ ਆਪਾਂ ਕਿਸੇ ਅੱਗੇ ਡਬਲ ਬਾਰ ਗ੍ਰਾਫ, ਜਦੋਂ ਕਿਸੇ ਵੀ ਇੱਕ ਗ੍ਰਾਫ ਦੇ ਵਿੱਚ ਆਪਾਂ
अलग अलग बार्स लैके दो डिफरेंट चीज़ों ਨੂੰ ਆਪਾਂ शो करते हैं रिप्रजेंट करते हैं तो वो अपना हो जाता है डबल बार ग्राफ। क्लीयर टू ऑल। नैक्सट ऑर्गेनाइजिंग डाटा। देखो ਆਪਾਂ रा डाटा इकट्ठा कर लिया, डाटा अवेलेबल टू अस इन द अनऑर्गेनाइज फॉर्म। अनऑर्गेनाइज ਹੁੰਦਾ मीनस कि जिवें मैं ਤੁਹਾਨੂੰ कहता कि ਤੁਸੀਂ सिंपल इस तरह डाटा इकट्ठा किया कि जिमें ਉਹੀ ਬਾਰ-ਬਾਰ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ 30 ਮਾਰਕਸ ਆਇਆ 2 ਸਟੂਡੈਂਟਸ ਦੇ 2 ਦੇ ਨਹੀਂ ਸੌਰੀ ਤੁਸੀਂ ਇਸ ਤਰ੍ਹਾਂ ਇਕੱਠਾ ਕੀਤਾ ਕਿ 1 ਨੰਬਰ ਦੇ 30 ਆਏ ਆ, ਇੱਕ ਇਹ ਫਸਟ ਬੱਚੇ ਤੋਂ ਸਟਾਰਟ ਕੀਤਾ, ਸੈਕਿੰਡ ਰੋਲ ਨੰਬਰ ਦੇ 20 ਆਏ ਆ, ਉਹਦੇ 10 ਆਏ ਆ, ਥਰਡ ਦੇ ਹਨਾ, ਫਿਰ ਆਪਾਂ ਕਹਿੰਦਾ 15 ਆਏ ਆ, ਠੀਕ ਹੈ, ਫਿਫਥ ਰੋਲ ਨੰਬਰ ਦੇ ਆਪਾਂ ਕਹਿੰਦਾ 25 ਆ ਗਏ। ਤੇ ਇਹ ਜਿਹੜਾ ਤੁਸੀਂ ਡਾਟਾ ਇਕੱਠਾ ਕਰਦੇ ਹੋ ਅਨਆਰਗੇਨਾਈਜ਼ ਹੁੰਦਾ। ਜਦੋਂ ਆਪਾਂ ਇਸ ਤਰ੍ਹਾਂ ਕਰਦੇ ਕਿ 30 ਕਿੰਨੇ ਸਟੂਡੈਂਟਸ ਦੇ ਆਏ ਆ 2 ਦੇ ਆਏ ਆ, 15 ਕਿੰਨੇ ਸਟੂਡੈਂਟਸ ਦੇ ਆਏ ਆ 3 ਦੇ ਆਏ ਆ। ਤਾਂ ਇਸ ਤਰ੍ਹਾਂ ਜਦੋਂ ਆਪਾਂ ਪ੍ਰੋਪਰ ਵੇ ਨਾਲ ਉਹਨੂੰ ਟੈਬੂਲਰ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਾਂਗੇ ਉਹ ਆਪਣਾ ਹੋ ਜਾਏਗਾ ਆਰਗੇਨਾਈਜ਼ਿੰਗ ਡਾਟਾ। ਜਿਵੇਂ ਆਪਾਂ ਕੋਈ ਵੀ ਦੇਖੋ एग्जाम्पल है ਇਹਦੇ ਵਿੱਚ ਇੱਕ ਤੁਹਾਡੀ NCERT बुक ਦੇ ਵਿੱਚ कि सब्जैक्ट्स लिखते, ठीक है, नंबर ऑफ स्टूडेंट्स की आर्ट्स किन्ने बच्चों को 7 को, मैथेमैटिक्स 5 को, ठीक है। तो यही अपना हो गया सब्जैक्ट। नंबर ऑफ स्टूडेंट्स अपनी फ्रीकुएंसी होंगी है, ठीक है। फ्रीकुएंसी की डेफिनेशन भी आप अगे डिस्कस करते हैं। उस तो बाद टैली मार्क्स, टैबूलर फॉर्म के टैली मार्क्स लिखे हैं। देखो 1 रिप्रजेंट करता है एक जो आप सिंगल 1 लैने 2 ਨੂੰ रिप्रजेंट करेगा टैली मार्क्स ਦੇ ਵਿੱਚ, ठीक है। 3 ਨੂੰ रिप्रजेंट करांगे, 4 ਨੂੰ रिप्रजेंट करांगे, ठीक है। अगर 5 है तो ਉਹਨੂੰ रिप्रजेंट करांगे इस तरह, 6 है ਉਹਨੂੰ रिप्रजेंट करांगे, ठीक है। 5th ਦੇ ਨਾਲ 6 ऐड हो गया, फिर 5th ਦੇ ਨਾਲ 2 ਆਪਾਂ ਡੰਡੇ लगा देंगे तो 7 हो जाएगा, ठीक है। 3 लगा देंगे 8 हो जाएगा। ਅੱਗੇ ਆਪਣੇ ਕੋਲ 10 ਆਇਆ ਤਾਂ 10 ਨੂੰ ਆਪਾਂ रिप्रजेंट करांगे, देखो 5 + 5। क्लीयर टू ऑल। नैक्सट ग्रुपिंग डाटा, सॉरी फ्रीकुएंसी डिस्कस करते हैं। पहला फ्रीकुएंसी गिव्स द नंबर ऑफ टाइम्स दैट ए पर्टिकुलर एंट्री अकर्स, कि कोई भी चीज़ किन्नी बार अपने को आई है। जिमें आर्ट्स आर्ट्स किन्ने स्टूडेंट ने रखे 7 ने, नंबर ऑफ एनीथिंग इज कॉल्ड द फ्रीकुएंसी, ठीक है। नाउ ग्रुपिंग डाटा की होंगे कि ਆਪਾਂ ਨੂੰ रा डाटा गिवन ਉਹਨੂੰ ग्रुप ਦੇ ਵਿੱਚ ਆਪਾਂ ਜਦੋਂ डिवाइड करते हैं तो ग्रुपिंग डाटा हो जाता है। फॉर एग्जाम्पल जिमें आप कहते कि 0 to 10, ठीक है, ग्रुप है और फ्रीकुएंसी है कि 0 to 10 2, जो ਆਪਾਂ ਨੂੰ ਉੱਪਰ एग्जाम्पल गिवन है ਇਹਦੇ ਵਿੱਚੋਂ 0 to 10 मीनस कि 0 ਤੋਂ ਲੈ ਕੇ 10 तक ਜਿਹੜੇ डिजिट ਆਉਂਦੇ ਉਹ ਕਿੰਨੇ ਵਾਰ ਕਿੰਨੇ ਨੰਬਰ ਆਉਂਦੇ ਆ, ठीक है जी। किन्ने नंबर है ਜਿਹੜੇ 0 और 10 ਦੇ ਵਿੱਚ ਆਉਂਦੇ ਆ। ਤਾਂ 0 to 10 ਦੇ ਵਿੱਚ 0 ਲੋਅਰ ਲਿਮਟ ਹੁੰਦੀ ਹੈ ਆਪਣੀ और 10 अपर लिमिट होंगी है, लोअर अपर, ठीक है जी। और इनू आप क्लास इंटरवल्स बोलते हैं, इनू फ्रीकुएंसी कह दें, टैली मार्क्स हो गए, ठीक है जी। 0 to 10, 10 to 20 ये अपनी लोअर लिमिट है, अपर लिमिट, लोअर लिमिट अपर लिमिट, ठीक है जी। हुण इन्हां दे विच जदों तुसीं इस तरह कहता कि जिवें 0 to 10 है, इहदा मीनिंग की है कि 0 1 2 3 4 5 6 7 8 9 0 और 9 तक के नंबर इनकलूड करने, 10 विच इनकलूड नहीं करना, एक्सकलूड करते होंगे, ठीक है। जिवें हुण 0 तो लैके 10 तक किन्ने नंबर आते हैं तो वह आप देखांगे 0 तो 10 तक किन्ने नंबर आते हैं, जो ये है वो आप देख लाँगे। बस 10 इनकलूड नहीं करना। जिवें 10 to 20 है ये 10 लवांगे, 11 लवांगे, 12 13 14 15 16 17 18 19 20 नहीं लेना, ठीक है जी। तो ये अपना की हो गया ग्रुप्ड डाटा हो गया। हुण आप डिस्कस करांगे कि क्लास साइज की होंदी है। जिवें 0 to 10 है, जो इन्हां दे विच डिफरेंस है वो अपना की हो गया क्लास साइज हो गए। 0 to 10 आ अपर लिमिट होगी, आ लोअर लिमिट, सॉरी आ लोअर लिमिट होगी, अपर लिमिट होगी। जो इन्हां दे विच डिफरेंस है वो अपना की हो गया क्लास साइज हो गया। क्लियर। After that we will discuss exercise 5.1. Thanks to all.